आज़ादी का अमृत महोत्सव ਨੂੰ ਸਮਰਪਿਤ ਆਜ਼ਾਦੀ का सफर तहत ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ-ਪ੍ਰਮੰਨੇ ਅਤੇ ਗੁਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਸਵਾਮੀ ਵਿਵੇਕਾਨੰਦ ਅਤੇ ਮਹਾਨ ਸੁਤੰਤਰਤਾ ਸੈਨਾਨੀ ਸੂਰਿਆ ਸੈਨ ਬਾਰੇ ਜਾਣਕਾਰੀ ਦੇ ਰਹੇ ਹਾਂ। তুমি স্বাগত এসো এসো হে ਮਹਾਮਾਨਵ। 12 ਜਨਵਰੀ ਨੂੰ ਸਵਾਮੀ ਵਿਵੇਕਾਨੰਦ ਦੀ ਜਯੰਤੀ ਮਨਾਈ ਜਾਂਦੀ ਹੈ। 1863 ਨੂੰ ਕੋਲਕਾਤਾ 'ਚ ਜਨਮੇ ਵਿਵੇਕਾਨੰਦ ਦਾ ਅਸਲੀ ਨਾਂ ਨਰੇਂਦਰ ਨਾਥ ਦੱਤ ਸੀ। ਆਪਣੇ ਗੁਰੂ ਰਾਮਕ੍ਰਿਸ਼ਨ ਪਰਮਹੰਸ ਤੋਂ ਪ੍ਰਭਾਵਿਤ ਹੋ ਕੇ 1896 'ਚ ਭਿਕਸ਼ੂ ਬਣ ਗਏ। ਭਿਕਸ਼ੂ ਸੰਕਲਪ ਲੈਣ ਤੋਂ ਬਾਅਦ ਉਹਨਾਂ ਨੂੰ ਸਵਾਮੀ ਵਿਵੇਕਾਨੰਦ ਕਿਹਾ ਗਿਆ। ਪੱਛਮੀ ਜਗਤ ਨੂੰ ਵੇਦਾਂਤ ਤੇ ਯੋਗ ਦੇ ਭਾਰਤੀ ਦਰਸ਼ਨ ਤੋਂ ਜਾਣੂ ਕਰਵਾਉਣ ਦਾ ਸਿਹਰਾ ਸਵਾਮੀ ਵਿਵੇਕਾਨੰਦ ਨੂੰ ਜਾਂਦਾ ਹੈ। ਭਾਰਤ ਦੇ ਇਸ ਅਗਿਆਤ ਭਿਕਸ਼ੂ ਨੂੰ 1893 ਸ਼ਿਕਾਗੋ 'ਚ ਧਰਮ ਸੰਸਦ ਨੂੰ ਸੰਬੋਧਨ ਕਰਨ ਬਾਅਦ ਬੇਸ਼ੁਮਾਰ ਵਿਆਪਕ ਯਸ਼ ਅਤੇ ਪ੍ਰਸਿੱਧੀ ਮਿਲੀ। I am proud to belong to a religion which has taught the world both tolerance and universal acceptance. We believe not only in universal toleration, but we accept all religions as true. I am proud to belong to a nation which has sheltered the persecuted and the refugees of all religions and all nations of the earth. I will quote to you, brethren, a few lines from a hymn which I remember to have repeated from my earliest boyhood, which is every day repeated by millions of human beings. As the different streams, having their sources in different places, all mingle their water in the sea, so, O Lord, the different paths which men take through different tendencies, various though they appear, crooked or straight, all lead to Thee. ब्रह्मरूपमादिमध्यशेष सर्वभाषकम् भावषट्कहीन रूप नित्य सत्तमध्ययम्। ਉਹਨਾਂ ਨੇ 1897 'ਚ ਰਾਮ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕੀਤੀ। ਇਸ ਤੋਂ ਇਲਾਵਾ ਦੇਸ਼ ਵਿੱਚ ਕਈ ਮੱਠਾਂ ਦੀ ਵੀ ਸਥਾਪਨਾ ਕੀਤੀ, ਜਿਨ੍ਹਾਂ ਵਿੱਚ ਸਭ ਤੋਂ ਪ੍ਰਸਿੱਧ ਹਾਵੜਾ ਜ਼ਿਲ੍ਹੇ ਦਾ ਵੈਲੂਰ ਮੱਠ ਹੈ। ਉਹਨਾਂ ਨੇ ਲੋਕਾਂ ਨੂੰ ਸੁਤੰਤਰਤਾ ਸੰਗਰਾਮ 'ਚ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ। ਇਸ ਤਰ੍ਹਾਂ ਰਾਸ਼ਟਰੀ ਸੁਤੰਤਰਤਾ ਅੰਦੋਲਨ ਵਿੱਚ ਉਹਨਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ। ਉਹਨਾਂ ਨੇ ਬਸਤੀਵਾਦ ਸ਼ੋਸ਼ਣ ਦਾ ਮੁਕਾਬਲਾ ਕਰਨ ਲਈ ਸਮਾਜ ਸੇਵਾ ਤੇ ਲੋਕਾਂ ਨੂੰ ਇਕਜੁੱਟ ਕਰਨ ਲਈ ਦੇਸ਼ ਦੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ। ਉਹਨਾਂ ਦੀ ਯਾਦ ਵਿੱਚ 12 ਜਨਵਰੀ ਰਾਸ਼ਟਰੀ ਯੁਵਾ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ। ਇਸ ਦਿਨ ਨਾਲ ਸ਼ੁਰੂ ਹੋਣ ਵਾਲਾ ਹਫ਼ਤਾ ਰਾਸ਼ਟਰੀ ਯੁਵਾ ਹਫ਼ਤੇ ਦੇ ਰੂਪ 'ਚ ਜਾਣਿਆ ਜਾਂਦਾ ਹੈ। येन कर्म पाप पुण्य तारतम्य साधनम् बुद्धिभाष साक्षी रूप सर्वकर्म भासनम्। ਆਧੁਨਿਕ ਭਾਰਤ ਦੇ ਮਹਾਨ ਦੇਸ਼ ਭਗਤ ਸੰਤ ਅਤੇ ਨੌਜਵਾਨਾਂ ਦੀ ਇਸ ਪ੍ਰੇਰਕ ਸ਼ਕਤੀ ਨੇ ਕੇਵਲ 39 ਸਾਲ ਦੀ ਉਮਰ ਵਿੱਚ 4 ਜੁਲਾਈ 1902 ਨੂੰ ਵੈਲੂਰ ਮੱਠ ਵਿੱਚ ਅੰਤਿਮ ਸਾਹ ਲਿਆ। ਅੱਜ ਦੇ ਦਿਨ ਅਸੀਂ ਮਹਾਨ ਸੁਤੰਤਰਤਾ ਸੈਨਾਨੀ ਸੂਰਿਆ ਸੈਨ ਨੂੰ ਵੀ ਯਾਦ ਕਰ ਰਹੇ ਹਾਂ, ਜੋ 12 ਜਨਵਰੀ 1934 ਨੂੰ ਸ਼ਹੀਦ ਹੋਏ ਸਨ। ਸੂਰਿਆ ਸੈਨ ਜਦੋਂ 1916 ਵਿੱਚ ਬਹਿਰਾਮਪੁਰ ਕਾਲਜ ਤੋਂ ਗ੍ਰੈਜੂਏਸ਼ਨ ਕਰ ਰਹੇ ਸਨ, ਉਹ ਅਨੁਸ਼ੀਲਨ ਸਮਤੀ ਵਿੱਚ ਸ਼ਾਮਿਲ ਹੋਏ। ਬਾਅਦ ਵਿੱਚ ਉਹਨਾਂ ਨੇ ਅਧਿਆਪਨ ਸ਼ੁਰੂ ਕੀਤਾ ਤੇ ਮਾਸਟਰ ਦਾ ਕਹੇ ਜਾਣ ਲੱਗੇ। ਉਹਨਾਂ ਨੇ ਸ਼ਰਤ ਚੰਦਰ ਬੋਸ ਅਤੇ ਚਿਤਰੰਜਨ ਦਾਸ ਨਾਲ ਕੰਮ ਕੀਤਾ। ਉਹਨਾਂ ਦੇ ਜੀਵਨ ਵਿੱਚ ਅਸਲ ਬਦਲਾਅ ਉਦੋਂ ਆਇਆ ਜਦੋਂ ਅੰਗਰੇਜ਼ ਵਿਰੋਧੀ ਗਤੀਵਿਧੀਆਂ ਲਈ 1926 ਤੋਂ 1928 ਤੱਕ 2 ਸਾਲਾਂ ਲਈ ਜੇਲ੍ਹ ਭੇਜੇ ਗਏ। মৃত্যুহীন প্রাণ সূর্য সেন করে গেল দান, হাসি মুখে পড়লো ফাঁসি, জানলো শিখা অনির্বাণ। ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਸੂਰਿਆ ਸੈਨ ਨੇ ਭਾਰਤ ਵਿੱਚ ਬ੍ਰਿਟਿਸ਼ ਸਾਮਰਾਜ ਨੂੰ ਨਿਸ਼ਾਨਾ ਬਣਾਉਣ ਲਈ ਮਿਸ਼ਨ ਸ਼ੁਰੂ ਕੀਤਾ। ਉਹਨਾਂ ਦੀ ਯੋਜਨਾ ਚਟਗਾਮ ਵਿੱਚ 2 ਵੱਡੀਆਂ ਬ੍ਰਿਟਿਸ਼ ਸ਼ਸਤਰਗਾਹਾਂ ਤੇ ਕਬਜ਼ਾ ਕਰਨ ਅਤੇ ਇਹਨਾਂ ਹਥਿਆਰਾਂ ਨੂੰ ਕ੍ਰਾਂਤੀਕਾਰੀਆਂ 'ਚ ਵੰਡਣ ਦੀ ਸੀ। ਵਿਆਪਕ ਵਿਚਾਰ ਚਰਚਾ ਤੇ ਯੋਜਨਾ ਦੇ ਬਾਅਦ 18 ਅਪ੍ਰੈਲ 1930 ਦੀ ਰਾਤ ਨੂੰ ਸੂਰਿਆ ਸੈਨ ਤੇ ਉਹਨਾਂ ਦੇ ਕ੍ਰਾਂਤੀਕਾਰੀ ਸਾਥੀਆਂ ਨੇ ਇਸ ਮਿਸ਼ਨ ਤੇ ਕੰਮ ਸ਼ੁਰੂ ਕਰ ਦਿੱਤਾ। ਉਹਨਾਂ ਨੇ ਟੈਲੀਫੋਨ ਅਤੇ ਟੈਲੀਗ੍ਰਾਫ ਸੰਪਰਕ ਕੱਟ ਦਿੱਤਾ।
ਚਟਗਾਮ ਆਉਣ ਵਾਲੀਆਂ ਰੇਲ ਗੱਡੀਆਂ ਦੇ ਰਸਤੇ 'ਚ ਵਿਘਨ ਪਾਇਆ, ਪਰੰਤੂ ਅਸਲਾਖਾਨਿਆਂ ਤੇ ਕਬਜ਼ਾ ਕਰਨ ਦੇ ਬਾਵਜੂਦ ਕ੍ਰਾਂਤੀਕਾਰੀ ਗੋਲਾ ਬਾਰੂਦ ਹਾਸਲ ਕਰਨ 'ਚ ਅਸਫਲ ਰਹੇ। ਗੋਲਾ ਬਾਰੂਦ ਅਤੇ ਹਥਿਆਰਾਂ ਤੋਂ ਬਿਨਾਂ ਬ੍ਰਿਟਿਸ਼ ਸਾਮਰਾਜ ਨੂੰ ਖੁੱਲ੍ਹੇ ਯੁੱਧ ਵਿੱਚ ਚੁਣੌਤੀ ਦੇਣਾ ਸੰਭਵ ਨਹੀਂ ਸੀ। ਇਸ ਦੇ ਬਾਅਦ ਕ੍ਰਾਂਤੀਕਾਰੀ ਚਟਗਾਮ ਪਹਾੜੀਆਂ ਵਿੱਚ ਚਲੇ ਗਏ। ਬ੍ਰਿਟਿਸ਼ ਸਾਮਰਾਜ ਦੇ ਖਿਲਾਫ ਲੜਾਈ 'ਚ 80 ਅੰਗਰੇਜ਼ ਸੈਨਿਕ ਮਾਰੇ ਗਏ। ਨੇਤਰ ਸੇਨ ਨਾਂ ਦੇ ਵਿਅਕਤੀ ਨੇ ਕ੍ਰਾਂਤੀਕਾਰੀਆਂ ਨੂੰ ਲੁਕਣ ਲਈ ਥਾਂ ਬਣਾ ਕੇ ਦਿੱਤੀ ਅਤੇ ਸੂਰਜ ਸੇਨ ਨੂੰ ਉਨ੍ਹਾਂ ਦੇ ਸਾਥੀਆਂ ਨਾਲ ਗ੍ਰਿਫਤਾਰ ਕਰ ਲਿਆ ਗਿਆ ਅਤੇ ਸੂਰਜ ਸੇਨ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। 12 ਜਨਵਰੀ 1934 ਨੂੰ ਫਾਂਸੀ ਤੋਂ ਪਹਿਲਾਂ ਉਨ੍ਹਾਂ ਤੇ ਅਤਿਅੰਤ ਅਤਿਆਚਾਰ ਕੀਤੇ ਗਏ। ਉਨ੍ਹਾਂ ਦੀਆਂ ਹੱਡੀਆਂ ਤੇ ਹੱਥ ਪੈਰ ਕਰੂੜ ਢੰਗ ਨਾਲ ਤੋੜ ਦਿੱਤੇ ਗਏ ਤੇ ਨਹੁੰ ਖਿੱਚੇ ਗਏ। ਇਨ੍ਹਾਂ ਅਸਹਿ ਅਤਿਆਚਾਰਾਂ ਦੇ ਬਾਵਜੂਦ ਸੂਰਜ ਸੇਨ ਦਾ ਹੌਸਲਾ ਕਦੇ ਵੀ ਡੋਲਿਆ ਨਹੀਂ। ਫਾਂਸੀ ਤੋਂ ਪਹਿਲਾਂ ਆਪਣੇ ਸਾਥੀਆਂ ਦੇ ਨਾਂ ਅੰਤਿਮ ਚਿੱਠੀ ਵਿੱਚ ਮਾਸਟਰ ਦਾ ਨੇ ਲਿਖਿਆ, ਮੌਤ ਮੇਰੇ ਦਰਵਾਜ਼ੇ ਤੇ ਦਸਤਕ ਦੇ ਰਹੀ ਹੈ। ਮੇਰਾ ਮਨ ਮਸਤਕ ਝੁਕ ਕੇ ਸਦੀਵੀ ਸੱਚ ਵੱਲ ਉਡਾਨ ਭਰ ਰਿਹਾ ਹੈ। ਅਜੇ ਸੁਖਦ ਅਤੇ ਸ਼ਾਂਤ ਪਲਾਂ 'ਚ ਮੈਂ ਤੁਹਾਡੇ ਲਈ ਕੀ ਵਿਰਾਸਤ ਛੱਡਾਂ। ਕੇਵਲ ਇੱਕ ਚੀਜ਼ ਮੇਰਾ ਸੁਪਨਾ, ਸੁਤੰਤਰ ਭਾਰਤ ਦਾ ਮੇਰਾ ਸੁਨਹਿਰਾ ਪ੍ਰਣ। 18 ਅਪ੍ਰੈਲ 1930 ਦਾ ਦਿਨ ਚਟਗਾਮ 'ਚ ਪੂਰਬੀ ਵਿਦਰੋਹ ਦਾ ਦਿਨ ਕਦੀ ਭੁਲਾਇਆ ਨਾ ਜਾਵੇ। ਆਪਣੇ ਹਿਰਦਿਆਂ ਤੇ ਲਾਲ ਅੱਖਰਾਂ 'ਚ ਉਨ੍ਹਾਂ ਦੇਸ਼ ਭਗਤਾਂ ਦੇ ਨਾਂ ਲਿਖ ਲਵੋ, ਜਿਨ੍ਹਾਂ ਨੇ ਸੁਤੰਤਰਤਾ ਦੀ ਬੇਦੀ ਤੇ ਆਪਣੇ ਪ੍ਰਾਣ ਨਿਛਾਵਰ ਕਰ ਦਿੱਤੇ।